ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਸਾਰਿਆਂ ਦਾ। ਸਵਾਗਤ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਜੀਤ ਕੋਡ ਦੇ ਵਿੱਚ। ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਫਿਰ ਪੈਟਰਨਸ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਤੇ ਜਿਹੜਾ ਇਸ ਵੀਡੀਓ ਦੇ ਵਿੱਚ ਅਸੀਂ ਪੈਟਰਨ ਪ੍ਰਿੰਟ ਕਰਾਉਣ ਜਾ ਰਹੇ ਹਾਂ ਉਹ ਤੁਹਾਨੂੰ ਇੱਥੇ ਸਾਈਡ ਦੇ ਉੱਤੇ ਸ਼ੋ ਹੋ ਰਿਹਾ ਹੈ। ਸੋ ਬਿਨਾਂ ਟਾਈਮ ਵੇਸਟਿੰਗ ਦੇ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੇ ਚੱਲਦੇ ਹਾਂ ਆਪਣੀ ਕੰਪਿਊਟਰ ਸਕਰੀਨ ਦੇ ਉੱਤੇ। ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੀ ਕੰਪਿਊਟਰ ਸਕਰੀਨ ਦੇ ਉੱਤੇ ਕਿ ਮੈਂ ਜਿਹੜਾ ਇਸ ਵੀਡੀਓ ਦੇ ਵਿੱਚ ਪੈਟਰਨ ਪ੍ਰਿੰਟ ਕਰਵਾਉਣਾ ਵਾ ਉਹ ਮੈਂ ਕਮੈਂਟਸ ਦੇ ਵਿੱਚ ਇੱਥੇ ਲਿਖ ਲਿਆ ਹੋਇਆ, ਠੀਕ ਹੈ। ਸੋ ਸਭ ਤੋਂ ਪਹਿਲਾਂ ਅਸੀਂ ਕੋਸ਼ਿਸ਼ ਕਰਦੇ ਹਾਂ ਇਸ ਪੈਟਰਨ ਨੂੰ ਸਮਝਣ ਦੀ ਕਿ ਕਿਵੇਂ ਅਸੀਂ ਇਸ ਨੂੰ ਆਪਣੀ ਆਊਟਪੁੱਟ ਸਕਰੀਨ ਦੇ ਉੱਤੇ ਪ੍ਰਿੰਟ ਕਰਵਾ ਸਕਦੇ ਹਾਂ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਪੈਟਰਨ ਨੂੰ ਕਿ ਜਿਹੜਾ ਇਹ ਪੈਟਰਨ ਆ ਇਹ ਅਸੀਂ ਬੇਸਿਕਲੀ ਪਹਿਲਾਂ ਹੀ ਕਰ ਚੁੱਕੇ ਹਾਂ ਆਪਣੀ ਪੈਟਰਨਸ ਦੀ 3rd ਵੀਡੀਓ ਦੇ ਵਿੱਚ। ਜੇ ਤੁਸੀਂ ਉਹ ਵਾਲੀ ਵੀਡੀਓ ਹਲੇ ਤੱਕ ਨਹੀਂ ਦੇਖੀ ਤਾਂ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਉਸ ਦੇ ਵਿੱਚ ਅਸੀਂ ਸਟਾਰਸ ਪ੍ਰਿੰਟ ਕਰਵਾਏ ਸੀ, ਬਟ ਇਸ ਦੇ ਵਿੱਚ ਕਾਊਂਟਿੰਗ ਪ੍ਰਿੰਟ ਹੋਈਆਂ ਨੇ ਰੋਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਇਹ ਜੋ ਸਪੇਸਿਸ ਵਾਲੀ ਜਗ੍ਹਾ ਵਾ ਮੈਂ ਇਸ ਦੇ ਵਿੱਚ ਡੈਸ਼ਸ ਲਗਾ ਦੇਣਾ ਜਿਸ ਦੇ ਨਾਲ ਤੁਹਾਨੂੰ ਸਮਝਣ ਦੇ ਵਿੱਚ ਹੋਰ ਵੀ ਜ਼ਿਆਦਾ ਆਸਾਨੀ ਹੋਵੇਗੀ। ਸੋ ਸਪੇਸਿਸ ਦੀ ਜਗ੍ਹਾ ਦੇ ਉੱਤੇ ਮੈਂ ਡੈਸ਼ਸ ਲਗਾ ਦਿੱਤੀਆਂ ਹੋਈਆਂ ਨੇ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਡੈਸ਼ਸ ਨੇ ਇਹ ਇੱਕ ਪੈਟਰਨ ਕ੍ਰੀਏਟ ਕਰ ਰਹੀਆਂ ਨੇ ਜੋ ਕਿ ਅਸੀਂ ਆਪਣੀ ਸੈਕਿੰਡ ਪੈਟਰਨ ਵਾਲੀ ਵੀਡੀਓ ਦੇ ਵਿੱਚ ਪੈਟਰਨ ਕ੍ਰੀਏਟ ਕਰ ਚੁੱਕੇ ਹਾਂ, ਬਟ ਉਸ ਦੇ ਵਿੱਚ ਅਸੀਂ ਸਟਾਰ ਲਗਾਇਆ ਸੀ। ਇਸ ਦੇ ਵਿੱਚ ਅਸੀਂ ਉਸ ਦੀ ਜਗ੍ਹਾ ਦੇ ਉੱਤੇ ਸਪੇਸਿਸ ਲਗਾਉਣੀਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਜਿੰਨੀ ਵੈਲਿਊ ਸਾਨੂੰ ਯੂਜ਼ਰ ਨੇ ਇਨਪੁਟ ਕੀਤੀ ਹੋਈ ਆ ਸਭ ਤੋਂ ਪਹਿਲਾਂ ਓਨੀਆਂ ਸਪੇਸਿਸ ਪ੍ਰਿੰਟ ਹੋ ਰਹੀਆਂ ਨੇ। ਉਸ ਤੋਂ ਸੈਕਿੰਡ ਰੋ ਦੇ ਵਿੱਚ ਉਸ ਤੋਂ ਇੱਕ ਘੱਟ ਸਪੇਸ ਪ੍ਰਿੰਟ ਹੋ ਰਹੀ ਹੈ ਤੇ ਥਰਡ ਦੇ ਵਿੱਚ ਦੂਸਰੀ ਨਾਲੋਂ ਵੀ ਘੱਟ ਸਪੇਸ ਪ੍ਰਿੰਟ ਹੋ ਰਹੀ ਹੈ ਤੇ ਐਂਡ ਤੇ ਆਉਂਦਿਆਂ ਇੱਕ ਸਪੇਸ ਹੀ ਪ੍ਰਿੰਟ ਹੋ ਰਹੀ ਹੈ। ਬੇਸਿਕਲੀ ਇਹ ਜਿਹੜਾ ਪੈਟਰਨ ਆ ਇਹ ਜਦ ਯੂਜ਼ਰ ਨੇ 4 ਨੰਬਰ ਇਨਪੁਟ ਕੀਤਾ ਹੋਏਗਾ ਤਦ ਹੀ ਇਸ ਤਰ੍ਹਾਂ ਦਾ ਪੈਟਰਨ ਕ੍ਰੀਏਟ ਹੋਇਆ ਵਾ, ਠੀਕ ਹੈ। ਸੋ ਹੁਣ ਸਭ ਤੋਂ ਪਹਿਲਾਂ ਸਾਨੂੰ 4 ਵੇਰੀਏਬਲ ਇਸ ਪੈਟਰਨ ਨੂੰ ਪ੍ਰਿੰਟ ਕਰਾਉਣ ਵਾਸਤੇ ਡਿਕਲੇਅਰ ਕਰਨੇ ਪੈਣਗੇ ਕਿਉਂਕਿ 3 ਵੇਰੀਏਬਲ ਅਸੀਂ ਲੂਪਸ ਦੇ ਵਾਸਤੇ ਡਿਕਲੇਅਰ ਕਰਾਂਗੇ ਤੇ ਇੱਕ ਵੇਰੀਏਬਲ ਹੈ ਜਿਹੜਾ ਉਹ ਅਸੀਂ ਯੂਜ਼ਰ ਦੇ ਕੋਲੋਂ ਇਨਪੁਟ ਲੈਣ ਵਾਸਤੇ ਯੂਜ਼ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ 4 ਵੇਰੀਏਬਲ ਇੰਟੀਜਰ ਟਾਈਪ ਦੇ ਡਿਕਲੇਅਰ ਕਰਦਾ। ਵੇਰੀਏਬਲ ਡਿਕਲੇਅਰ ਕਰਨ ਤੋਂ ਬਾਅਦ ਮੈਂ ਲਗਾਵਾਂਗਾ ਇੱਥੇ ਕਲੀਅਰ ਸਕਰੀਨ। ਕਲੀਅਰ ਸਕਰੀਨ ਲਗਾਉਣ ਤੋਂ ਬਾਅਦ ਅਸੀਂ ਜਿਵੇਂ ਪਿਛਲੀਆਂ ਵੀਡੀਓ ਦੇ ਵਿੱਚ ਕਰਦੇ ਆਏ ਆ ਕਿ ਸਭ ਤੋਂ ਪਹਿਲਾਂ ਆਪਣੀ ਆਊਟਪੁੱਟ ਸਕਰੀਨ ਦੇ ਉੱਤੇ ਇੱਕ ਮੈਸੇਜ ਪ੍ਰਿੰਟ ਕਰਾਉਂਦੇ ਆ ਜਿਸ ਦੇ ਨਾਲ ਸਾਡੇ ਯੂਜ਼ਰ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਥੇ ਮੈਂ ਕੋਈ ਵੈਲਿਊ ਇਨਪੁਟ ਕਰਵਾਉਣੀ ਆ। ਸੋ ਮੈਂ ਇੱਕ ਮੈਸੇਜ ਪ੍ਰਿੰਟ ਕਰਾਵਾਂਗਾ, ਪਲੀਜ਼ ਐਂਟਰ ਦੀ ਇੰਟੀਜਰ printf। ਯੂਜ਼ਰ ਦੇ ਕੋਲੋਂ ਵੈਲਿਊ ਲੈਣ ਵਾਸਤੇ ਅਸੀਂ scanf ਯੂਜ਼ ਕਰਦੇ ਹਾਂ। ਸੋ ਮੈਂ ਇੱਥੇ scanf ਲਗਾਵਾਂਗਾ। ਅਸੀਂ n ਵੇਰੀਏਬਲ ਦੇ ਐਡਰੈਸ ਦੇ ਉੱਤੇ ਯੂਜ਼ਰ ਦੀ ਵੈਲਿਊ ਨੂੰ ਸਟੋਰ ਕਰਾਉਣਾ, ਸੋ ਇਸ ਕਰਕੇ ਮੈਂ ਇੱਥੇ ਲਿਖਾਂਗਾ ਐਡਰੈਸ ਆਫ n ਐਂਡ ਤੇ ਸੈਮੀਕੋਲਨ, ਠੀਕ ਹੈ। ਸੋ ਇੱਥੋਂ ਤੱਕ ਅਸੀਂ ਯੂਜ਼ਰ ਦੇ ਕੋਲੋਂ ਵੈਲਿਊ ਲੈ ਚੁੱਕੇ ਹਾਂ। ਹੁਣ ਅਸੀਂ ਸਟਾਰਟ ਕਰਦੇ ਹਾਂ ਆਪਣਾ ਜਿਹੜਾ ਰੋਜ਼ ਵਾਲਾ ਫੋਰ ਲੂਪ ਆ। ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਥੇ ਜਿੰਨੀ ਹੀ ਵੈਲਿਊ ਯੂਜ਼ਰ ਨੇ ਇਨਪੁਟ ਕੀਤੀ ਹੋਈ ਆ ਓਨੀਆਂ ਹੀ ਰੋਜ਼ ਪ੍ਰਿੰਟ ਹੋ ਰਹੀਆਂ ਨੇ। ਜਿਵੇਂ ਕਿ 4 ਵੈਲਿਊ ਇੱਥੇ ਯੂਜ਼ਰ ਨੇ ਜੇ ਇਨਪੁਟ ਕੀਤੀ ਆ ਤਾਂ ਤੁਸੀਂ ਇਹ ਦੇਖ ਸਕਦੇ ਹੋ 4 ਹੀ ਰੋਜ਼ ਮੀਨਸ ਕਿ 4 ਹੀ ਲਾਈਨਸ ਇੱਥੇ ਸ਼ੋ ਹੋ ਰਹੀਆਂ ਨੇ, ਪ੍ਰਿੰਟ ਹੋ ਰਹੀਆਂ ਨੇ। ਸੋ ਜਿਹੜਾ ਸਾਡਾ ਰੋਜ਼ ਵਾਲਾ ਲੂਪ ਆ ਉਹ 1 ਤੋਂ ਸਟਾਰਟ ਹੋਵੇਗਾ ਤੇ ਉਦੋਂ ਤੱਕ ਚੱਲੇਗਾ ਜਦ ਤੱਕ i ਦੀ ਵੈਲਿਊ ਮੀਨਸ ਕਿ ਜਿੱਥੋਂ ਸਾਡਾ ਲੂਪ ਸਟਾਰਟ ਹੋਇਆ ਵਾ ਉਸ ਦੀ ਵੈਲਿਊ n ਨਾਲੋਂ ਛੋਟੀ ਆ ਜਾਂ n ਦੇ ਇਕੁਅਲ ਆ, ਠੀਕ ਹੈ। ਸੋ ਸਟਾਰਟ ਕਰਦੇ ਆ ਰੋਜ਼ ਵਾਲਾ ਲੂਪ for i = 1। ਸਾਡੀ ਜਿਹੜੀਆਂ ਰੋਜ਼ ਨੇ ਉਹ 1 ਤੋਂ ਸਟਾਰਟ ਹੋਣਗੀਆਂ ਤੇ ਕਦੋਂ ਤੱਕ ਪ੍ਰਿੰਟ ਹੁੰਦੀਆਂ ਰਹਿਣਗੀਆਂ ਜਦੋਂ ਤੱਕ i ਦੀ ਵੈਲਿਊ ਜਾਂ ਤਾਂ ਛੋਟੀ ਆ ਜਾਂ ਇਕੁਅਲ ਆ ਕਿਹਦੇ n ਦੇ, ਠੀਕ ਹੈ। n ਜੋ ਕਿ ਯੂਜ਼ਰ ਨੇ ਸਾਨੂੰ ਇਨਪੁਟ ਦਿੱਤੀ ਹੋਈ ਆ। ਸੋ ਇਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਇਨਕਰੀਮੈਂਟ ਜਾਂ ਡਿਕਰੀਮੈਂਟ ਆਪਰੇਟਰ ਲਗਾਉਣਾ ਹੁੰਦਾ। ਸੋ i 1 ਤੋਂ ਸਟਾਰਟ ਹੋ ਰਿਹਾ, ਠੀਕ ਹੈ। ਤੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ 1 ਤੋਂ ਸਟਾਰਟ ਹੋ ਕੇ i ਇਨਕਰੀਜ਼ ਹੋ ਰਿਹਾ। ਸੋ ਇਸ ਕਰਕੇ ਅਸੀਂ ਇੱਥੇ ਇਨਕਰੀਮੈਂਟ ਆਪਰੇਟਰ ਲਗਾਵਾਂਗੇ i++, ਠੀਕ ਹੈ। ਇਹ i ਦੀ ਵੈਲਿਊ ਨੂੰ 1 by 1 ਇਨਕਰੀਜ਼ ਕਰੀ ਜਾਵੇਗਾ। ਹੁਣ ਅਸੀਂ ਇਸ ਲੂਪ ਨੂੰ ਸਟਾਰਟ ਕਰਦੇ ਹਾਂ ਕਰਲੀ ਬ੍ਰੈਸਿਸ ਦੇ ਨਾਲ। ਸਟਾਰਟ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਪੈਟਰਨ ਦੇ ਵਿੱਚ ਸਪੇਸਿਸ ਪ੍ਰਿੰਟ ਹੋ ਰਹੀਆਂ ਨੇ,
ठीक है। तो स्पेसिस स्टार्ट कितों हो रही ने, जिन्नी वैल्यू सानू यूजर ने इनपुट की आ, मीनस कि स्पेसिस n तो स्टार्ट हो रही ने। सो इस करके असी रोज वाले फोर लूप के अंदर एक होर नैसटेड फोर लूप लगावांगे जो कि होएगा फोर j इज इक्वल टू n। स्पेसिस साडियां n तो स्टार्ट होणगियां ते तुसी पैटर्न दे विच देख सकते हो कि 1 बाय 1 जिहड़ियां स्पेसिस ने वो डिक्रीज हो रही ने ते एंड ते जाके सिर्फ एक स्पेस रह जाती है। ठीक है। सो j इज इक्वल टू n तो स्टार्ट होणगियां ते कदों तक चलेगा ये लूप, जदों तक j की वैल्यू जां तां वड्डी आ जां इक्वल टू आ किहदे 1 दे। 1 तो बाद जिहड़ियां स्पेसिस ने वो प्रिंट नहीं होणगियां। ठीक है। सो हुण असी j की वैल्यू n तो स्टार्ट की है, मीनस कि j की वैल्यू इनिशियली असी वड्डी की आ, बट असी जे j की वैल्यू नूं 1 तक खड़ना वा तां j की वैल्यू नूं 1 बाय 1 डिक्रीज भी करना पवेगा। सो इस करके असी इत्थे डिक्रीमेंट ऑपरेटर लगावांगे j माइनस माइनस। ठीक है। सो ये असी नैसटेड फर्स्ट लूप स्टार्ट किया। हुण असी इस फोर लूप के कोलों करवाउणा की चाहुंदे आ, असी इस फोर लूप के कोलों स्पेसिस प्रिंट करवाउणा चाहुंदे आ। सिंपली असी इत्थे लिखांगे प्रिंट एफ डबल कोट्स दे विच एक स्पेस इनपुट कर देवांगे, प्रिंट एफ डबल कोट्स ते एक स्पेस इनपुट कर दी ते इस नैसटेड फर्स्ट फोर लूप नूं असी करली ब्रेसिस नाल बंद कर देवांगे। असी इस फोर लूप के कोलों सिर्फ स्पेसिस ही प्रिंट करवाउणियां ने। ठीक है। सो स्पेसिस ते असी प्रिंट करवा लियां, बट जिहड़े आ एलीमेंट्स इत्थे 1 पहली रो दे विच 1 आ रहा है, ये किवें असी हुण प्रिंट करवाउणा अपने पैटर्न दे विच। तो जदों असी इस तरह का पैटर्न, इस तरह का स्टार पैटर्न कीता सी तां असी 1 2 2 और 3 3 3 की जगह के उत्ते स्टार प्रिंट करवाए सी। ठीक है। सो हुण असी ये एलीमेंट्स नूं प्रिंट कराउण वाला फोर लूप स्टार्ट करते हैं 4। सो पैटर्न दे विच तुसीं देख सकते हो कि सब तो पहला एलीमेंट पहली रो दे विच 1 तो स्टार्ट हो रहा है। ठीक है, कि इक्को ही एलीमेंट आ पहली रो दे विच। सो इस करके जिहड़ा साडा एलीमेंट्स वाला फोर लूप आ वो स्टार्ट होवेगा 1 तो। ते एलीमेंट्स नूं प्रिंट करने वास्ते जिहड़ा मैं वेरीएबल यूज कर रहा वो k कर रहा। ठीक है। सो k इज इक्वल टू 1 तो स्टार्ट होवेगा ते तुसीं इत्थे देख सकते हो कि जिन्नी वैल्यू सानू यूजर ने इनपुट की आ उन्नी ही वैल्यू लास्ट दे उत्ते आके एलीमेंट्स दी बन रही है। जिवें 4 वैल्यू की आ तो तुसीं लास्ट रो दे विच देख सकते हो कि 4 ही 4 प्रिंट होए ने। सो इस करके इत्थे कंडीशन की लगेगी, ये उदों तक चलेगा जब तक k छोटा वा जां इक्वल्स टू आ किहदे आई वेरीएबल दे, आई जो कि असी रोज वास्ते फोर लूप लगाया होया। सो हुण तुसीं इत्थे पैटर्न दे विच देख सकते हो कि सब तो पहली रो दे विच एक एलीमेंट शो हो रहा है, सैकेंड रो दे विच 2 एलीमेंट शो हो रहे हैं। सो असी k की वैल्यू नूं इनक्रीज भी करना है। सो इनक्रीज करने वास्ते असी k प्लस प्लस इनक्रीमेंट ऑपरेटर का यूज करांगे। इस तो बाद असी इस एलीमेंट्स वाले फोर लूप के ब्लॉक नूं स्टार्ट करांगे। सो इस ब्लॉक तो असी की करवाना चाहुंदे हैं, इस ब्लॉक तो असी अपने एलीमेंट्स नूं प्रिंट करवाना चाहुंदे हैं जो कि फर्स्ट रो दे विच 1 है, सैकेंड रो दे विच 2 2 2 टाइम 2। सो हुण असी प्रिंट एफ लिखांगे, बट असी इत्थे स्टार ते प्रिंट करवाने नहीं है, असी इत्थे 1 फर्स्ट रो दे विच प्रिंट करवाना, सैकेंड रो दे विच 2 टाइम 2 प्रिंट करवाने ने ते थर्ड रो दे विच 3 टाइम 3 प्रिंट करवाने ने। सो ये असी किवें प्रिंट करवा सकते हैं, वैल्यू असी किवें प्रिंट करवा सकते हैं। सो तुसीं ध्यान दिता होवेगा साडे पैटर्न दे उत्ते कि जिन्नी ही वैल्यू साडी रो दी आ, मीनस कि जिवें फर्स्ट लाइन आ उस दे विच 1 प्रिंट हो रहा है। ठीक है, फर्स्ट लाइन दे विच 1 प्रिंट हो रहा है ते सैकेंड लाइन दे विच तुसीं ध्यान दिता होवेगा कि सैकेंड लाइन दे विच 2 प्रिंट हो रहा है 2 टाइम्स। इस तो सानू ये पता लगता है कि जिन्नी ही वैल्यू साडी लाइन दी आ
ਓਨੀ ही वैल्यू साडे एलीमेंट दे उत्ते शो होवेगी। मीनस कि जिन्नी वैल्यू आए दी आ उन्नी ही वैल्यू साडे एलीमेंट दे उत्ते शो होवेगी। ठीक है। सो हुण इस फोर लूप दे विच असी आए जिहड़ा वेरीएबल आ वो इंटीजर टाइप का वेरीएबल है। सो इस करके इस फोर लूप दे प्रिंट एफ दे विच असी परसेंटेज डी फॉर्मेट स्पैसीफायर लगावांगे क्योंकि आए वेरीएबल की जिहड़ी डेटा टाइप है वो इंटीजर टाइप की है। सो इत्थे असी लिखांगे परसेंटेज डी। जद भी असी परसेंटेज डी लगाउने आ तां प्रिंट एफ दे अंदर तां प्रिंट एफ नूं पता हुंदा कि इत्थे किसी चीज़ की वैल्यू आउणी आ। ठीक है। सो हुण असी इत्थे लिखांगे किस चीज़ की इस परसेंटेज डी दे उत्ते वैल्यू आवे। तुहानूं मैं पहलां भी दस्सिया कि जिन्नी वैल्यू लाइन दी आ उन्नी ही वैल्यू साडे एलीमेंट दे उत्ते शो हो रही है। सो इस करके असी परसेंटेज डी डबल कोट्स तो अगे असी आए वेरीएबल की वैल्यू नूं शो करावांगे। ठीक है। सो हुण असी सैमीकोलन लगा के इस प्रिंट एफ नूं बंद करांगे ते करली ब्रेसिस लगा के इस नैसटेड सैकंड लूप नूं भी बंद कर देवांगे। इत्थों तक साडे जिहड़े एलीमेंट सी वो पूरी तरीके दे नाल प्रिंट हो चुके ने। हुण तुसीं इत्थे देख सकदे हो साडे पैटर्न दे विच कि 4 स्पेसिस ते एक एलीमेंट प्रिंट होने तो बाद जिहड़ियां नैक्सट स्पेसिस ते एलीमेंट्स ने वो एक न्यू लाइन दे विच प्रिंट हो रहे ने। इसका मतलब यह है कि असी अपने रोज़ वाले फोर लूप दे विच एक प्रिंट एफ स्लैश एन लगाउणी है जिस दे नाल जिहड़ियां ऑलरेडी स्पेसिस ते एलीमेंट प्रिंट हो चुके ने नैक्सट जिहड़े एलीमेंट ने वो उन्हां तो न्यू लाइन दे विच स्टार्ट होण। सो हुण प्रिंट एफ इत्थे लगावांगे प्रिंट एफ डबल कोट्स दे विच असी स्लैश एन लिख देवांगे सैमीकोलन लगा के बंद कर देवांगे ते फाइनली अपने रोज़ वाले लूप नूं जिहड़ा असी बाहर लूप लगाया होया वा मेन लूप आ जिहड़ा उस नूं करली ब्रेसिस नाल बंद कर देवांगे। सो हुण एक छोटा जिहा ब्रीफ ओवरव्यू लैने अपने प्रोग्राम का कि ये बेसिकली काम किवें करेगा। ठीक है। सो सब तो पहला साडा जिहड़ा प्रोग्राम आ वो एक इनपुट लवेगा। मैं सपोज कर लेना कि सानू यूजर ने इनपुट दी n = 4। उस तो बाद साडा जिहड़ा प्रोग्राम आ वो साडे बाहर वाले जो कि साडा मेन फोर लूप आ उस दे विच आवेगा ते ये जिहड़ा फोर लूप आ स्टार्ट होवेगा i = 1 तो। इस तो बाद जिहड़ी साडी कंडीशन है वो चैक होवेगी i <= n ते इत्थे जिहड़ी साडी कंडीशन है वो ट्रू हो चुकी है क्योंकि i की वैल्यू 1 है ते n की वैल्यू 4 है। i <n। सो कंडीशन ट्रू होने तो बाद साडा जिहड़ा प्रोग्राम आ वो इस लूप दे कोड दे ब्लॉक नूं एग्जीक्यूट करेगा। जद ही वो एग्जीक्यूट करेगा तो देखेगा कि अगे एक होर फोर लूप लगा होया है ते ये फोर लूप कित्थों स्टार्ट होवेगा j = n मीनस कि j = 4 तो स्टार्ट होवेगा। ठीक है। सो हुण साडा जिहड़ा प्रोग्राम आ वो इस नेस्टेड फर्स्ट फोर लूप नूं एग्जीक्यूट करेगा। एग्जीक्यूट करने वास्ते ये कंडीशन चैक होवेगी। कंडीशन की है j > 1 सॉरी इत्थे 1 नहीं होना इत्थे i आएगा। सो फिर कंडीशन चैक होवेगी। कंडीशन की होएगी कि j = 4 आ कि 4 > i। ठीक है। सो जिहड़ा साडा जिहड़ा 4 आ वो ग्रेटर दैन आ i दे। i की वैल्यू 1 आ j की वैल्यू 4 आ। इत्थे कंडीशन ट्रू होवेगी ते साडा जिहड़ा प्रोग्राम आ वो इस फोर लूप दे कोड नूं एग्जीक्यूट करेगा ते एक स्पेस प्रिंट करावेगा। फिर इस फोर लूप का डिक्रीमेंट जिहड़ा ऑपरेटर आ वो काम करेगा ते वो j की वैल्यू नूं 4 नूं 1 दे नाल माइनस करके 3 कर देवेगा। फिर कंडीशन चैक होवेगी फिर एक स्पेस प्रिंट होवेगी। फिर 3 तो जिहड़ा डिक्रीमेंट ऑपरेटर है 3 तो 2 कर देवेगा। फिर कंडीशन चैक होवेगी फिर एक स्पेस प्रिंट होवेगी। फिर 2 - 1 जिहड़ा डिक्रीमेंट ऑपरेटर है वो 2 नूं 1 दे नाल माइनस करके j की वैल्यू नूं 1 कर देवेगा। 1 करन दे नाल भी साडी जिहड़ी कंडीशन है वो ट्रू ही रहेगी क्योंकि असीं कंडीशन दित्ती है j > i। ठीक है। सो i भी 1 आ j भी 1 आ। कंडीशन ट्रू आ ते एक होर स्पेस प्रिंट हो जाएगी। बट फिर जब j - एग्जीक्यूट होवेगा जो कि एक डिक्रीमेंट ऑपरेटर है ते 1 - 1 करके
ਸਾਡੀ j ਦੀ ਵੈਲਿਊ 0 ਹੋ ਜਾਏਗੀ ਤੇ ਇੱਥੇ ਇਸ ਲੂਪ ਦੀ ਜਿਹੜੀ ਕੰਡੀਸ਼ਨ ਆ ਉਹ ਫਾਲਸ ਹੋ ਜਾਏਗੀ, ਕਿਉਂਕਿ ਕੰਡੀਸ਼ਨ ਇਹ ਆ j ਇਜ਼ ਗ੍ਰੇਟਰ ਦੈਨ i, ਬਟ ਹੁਣ ਜਿਹੜਾ j ਆ ਉਹ ਲੈਸ ਦੈਨ i ਹੋ ਚੁੱਕਾ ਵਾ। ਸੋ ਇੱਥੇ ਸਾਡੀਆਂ ਜਿਹੜੀਆਂ ਸਪੇਸਿਸ ਨੇ ਉਹ ਪ੍ਰਿੰਟ ਹੋਣੀਆਂ ਬੰਦ ਹੋ ਜਾਣਗੀਆਂ। ਸੋ ਇਸ ਤੋਂ ਬਾਅਦ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਇਸ ਨੈਕਸਟ ਸੈਕਿੰਡ ਨੈਸਟਡ ਲੂਪ ਦੇ ਉੱਤੇ ਆਵੇਗਾ ਤੇ ਇੱਥੇ ਆ ਕੇ ਸਾਡਾ ਜਿਹੜਾ ਫੋਰ ਲੂਪ ਆ ਇਹ ਸਟਾਰਟ ਹੋਵੇਗਾ k = 1 ਤੋਂ। ਫਿਰ ਕੰਡੀਸ਼ਨ ਚੈੱਕ ਹੋਵੇਗੀ। ਕੰਡੀਸ਼ਨ ਕੀ ਆ? k is less than or equals to i, k ਵੀ 1 ਆ ਤੇ i ਵੀ 1 ਆ। ਇੱਥੇ ਜਿਹੜੀ ਕੰਡੀਸ਼ਨ ਆ ਉਹ ਟਰੂ ਹੋ ਚੁੱਕੀ ਆ। ਸੋ ਇਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਆ ਸਾਡਾ ਉਹ ਇਸ ਫੋਰ k ਵਾਲੇ ਫੋਰ ਲੂਪ ਦੇ ਬਲੌਕ ਨੂੰ ਐਗਜ਼ੀਕਿਊਟ ਕਰੇਗਾ ਤੇ ਇਸ ਬਲੌਕ ਦੇ ਅੰਦਰ ਅਸੀਂ ਕੀ ਲਿਖਿਆ ਹੋਇਆ printf%d, ਮੀਨਸ ਕਿ ਇੱਥੇ ਕਿਸੇ ਵੇਰੀਏਬਲ ਦੀ ਵੈਲਿਊ ਸ਼ੋ ਕਰਵਾਉਣੀ ਆ। ਕਿਸ ਵੇਰੀਏਬਲ ਦੀ ਵੈਲਿਊ ਸ਼ੋ ਕਰਾਉਣੀ ਆ ਉਹ ਅਸੀਂ ਇਸ ਤੋਂ ਬਾਹਰ ਲਿਖਿਆ ਹੋਇਆ ਕਿ i ਵੇਰੀਏਬਲ ਦੀ। ਸੋ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਕਿ i ਦੀ ਜਿਹੜੀ ਵੈਲਿਊ ਆ ਉਹ 1 ਆ। ਸੋ ਇਸ ਕਰਕੇ ਇੱਥੇ 1 ਪ੍ਰਿੰਟ ਹੋ ਜਾਵੇਗਾ ਤੇ ਫਿਰ ਇਸ k ਫੋਰ ਲੂਪ ਦੇ ਵਿੱਚ ਅਸੀਂ ਜਿਹੜਾ ਇਨਕਰੀਮੈਂਟ ਆਪਰੇਟਰ ਲਗਾਇਆ ਹੋਇਆ k++ ਇਹ ਐਗਜ਼ੀਕਿਊਟ ਹੋਵੇਗਾ ਤੇ ਇਹ k ਦੀ ਵੈਲਿਊ ਨੂੰ 1 + 1 ਕਰਕੇ 2 ਕਰ ਦੇਵੇਗਾ। ਠੀਕ ਹੈ, ਫਿਰ ਕੰਡੀਸ਼ਨ ਚੈੱਕ ਹੋਵੇਗੀ, ਬਟ ਹੁਣ ਜਿਹੜੀ ਕੰਡੀਸ਼ਨ ਆ ਉਹ ਫਾਲਸ ਹੋ ਚੁੱਕੀ ਆ, ਕਿਉਂਕਿ ਕੰਡੀਸ਼ਨ ਕੀ ਆ k is less than or equals to i, ਬਟ ਇੱਥੇ i ਦੀ ਵੈਲਿਊ 1 ਆ ਤੇ k ਦੀ ਵੈਲਿਊ 2 ਹੋ ਚੁੱਕੀ ਆ ਤੇ ਕੰਡੀਸ਼ਨ ਫਾਲਸ ਹੋ ਚੁੱਕੀ ਆ। ਠੀਕ ਹੈ, ਸੋ ਇਸ ਕਰਕੇ ਫਰਦਰ printf ਨਹੀਂ ਹੋਵੇਗਾ। ਉਸ ਤੋਂ ਬਾਅਦ ਸਾਡੀ ਜਿਹੜੀ printf/n ਵਾਲੀ ਲਾਈਨ ਆ ਇਹ ਐਗਜ਼ੀਕਿਊਟ ਹੋਵੇਗੀ। ਇਹ ਐਗਜ਼ੀਕਿਊਟ ਕਿਵੇਂ ਹੋਵੇਗੀ ਕਿ ਜਿਹੜੀਆਂ ਅਸੀਂ ਸਪੇਸਿਸ ਪ੍ਰਿੰਟ ਕਰਵਾਈਆਂ ਹੋਈਆਂ ਨੇ ਤੇ ਇੱਕ ਜਿਹੜਾ ਐਲੀਮੈਂਟ ਪ੍ਰਿੰਟ ਹੋ ਚੁੱਕਾ ਵਾ, ਹੁਣ ਜਿਹੜੇ ਨੈਕਸਟ ਐਲੀਮੈਂਟਸ ਨੇ ਉਹਨਾਂ ਨੂੰ ਪ੍ਰਿੰਟ ਕਰਾਉਣ ਵਾਸਤੇ ਨੈਕਸਟ ਲਾਈਨ ਦੇ ਵਿੱਚ ਲੈ ਜਾਵੇਗੀ। ਠੀਕ ਹੈ, ਸੋ ਇੱਥੇ ਸਾਡਾ ਜਿਹੜਾ ਰੋਜ਼ ਵਾਲਾ ਫੋਰ ਲੂਪ ਆ ਉਹ ਖਤਮ ਹੋਵੇਗਾ। ਖਤਮ ਹੋਣ ਤੋਂ ਬਾਅਦ ਹੀ ਜਿਹੜਾ ਅਸੀਂ ਰੋਜ਼ ਦੇ ਵਿੱਚ i++ ਇਨਕਰੀਮੈਂਟ ਆਪਰੇਟਰ ਲਗਾਇਆ ਹੋਇਆ ਵਾ ਇਹ ਕੰਮ ਕਰੇਗਾ ਤੇ ਇਹ i ਦੀ ਵੈਲਿਊ ਨੂੰ 1 + 1 ਕਰਕੇ 2 ਕਰ ਦੇਵੇਗਾ। ਠੀਕ ਹੈ, 2 ਹੋਣ ਤੋਂ ਬਾਅਦ ਫਿਰ ਕੰਡੀਸ਼ਨ ਚੈੱਕ ਹੋਵੇਗੀ। ਜੇ ਕੰਡੀਸ਼ਨ ਟਰੂ ਹੋਈ ਤਾਂ ਜਿਹੜੇ ਸਾਡੇ ਅੰਦਰ ਵਾਲੇ ਨੈਸਟਡ ਲੂਪਸ ਨੇ ਇਹ ਆਪਣੀ ਫਿਰ ਇਨੀਸ਼ੀਅਲ ਸਟੇਟ ਤੋਂ ਸਟਾਰਟ ਹੋਣਗੇ, ਜਿਵੇਂ ਕਿ j = 4 ਤੋਂ ਸਟਾਰਟ ਹੋਵੇਗਾ ਤੇ k = 1 ਤੋਂ ਸਟਾਰਟ ਹੋਵੇਗਾ ਤੇ ਇਹ ਸਾਈਕਲ ਰਿਪੀਟਡਲੀ ਚੱਲਦਾ ਰਹੇਗਾ ਤੇ ਜਿਹੜਾ ਸਾਈਕਲ ਹੈ ਉਦੋਂ ਤੱਕ ਚੱਲੇਗਾ ਜਦੋਂ ਤੱਕ ਇੱਥੇ i ਦੀ ਵੈਲਿਊ ਇਨਕਰੀਜ਼ ਹੋ ਕੇ 5 ਨਹੀਂ ਹੋ ਜਾਂਦੀ। ਜਦ ਹੀ ਵੈਲਿਊ i ਦੀ ਇਨਕਰੀਜ਼ ਹੋ ਕੇ 5 ਹੋਵੇਗੀ ਤਾਂ ਜਿਹੜੀ ਸਾਡੇ ਰੋਜ਼ ਵਾਲੇ ਲੂਪ ਦੀ ਕੰਡੀਸ਼ਨ ਆ ਉਹ ਫਾਲਸ ਹੋ ਜਾਵੇਗੀ ਤੇ ਸਾਡਾ ਜਿਹੜਾ ਇਹ ਪ੍ਰੋਗਰਾਮ ਆ ਇਹ ਬੰਦ ਹੋ ਜਾਵੇਗਾ ਤੇ ਜਿਹੜੀਆਂ ਅਸੀਂ ਵੈਲਿਊਜ਼ ਜਿਹੜਾ ਅਸੀਂ ਪੈਟਰਨ ਆਪਣੀ ਆਊਟਪੁੱਟ ਸਕਰੀਨ ਦੇ ਉੱਤੇ ਪ੍ਰਿੰਟ ਕਰਵਾ ਰਹੇ ਆ ਉਹ ਜਿੰਨੀ ਅਸੀਂ ਵੈਲਿਊ ਦਿੱਤੀ ਹੋਵੇਗੀ ਉਨੇ ਵੈਲਿਊ ਦਾ ਪੈਟਰਨ ਸਾਡੇ ਆਊਟਪੁੱਟ ਸਕਰੀਨ ਦੇ ਉੱਤੇ ਆ ਜਾਵੇਗਾ। ਸੋ ਹੁਣ ਮੈਂ ਇੱਥੇ getch ਲਗਾਉਣਾ, getch ਓਕੇ। ਸੋ getch ਲਗਾਉਣ ਤੋਂ ਬਾਅਦ ਮੈਂ ਆਪਣੇ ਮੇਨ ਫੰਕਸ਼ਨ ਨੂੰ ਬੰਦ ਕਰਾਂਗਾ। ਠੀਕ ਹੈ, ਸੋ ਹੁਣ ਮੈਂ ਆਪਣੇ ਪ੍ਰੋਗਰਾਮ ਨੂੰ ਕੰਪਾਈਲ ਕਰਕੇ ਦੇਖਦਾ ਕਿ ਇਸ ਦੇ ਵਿੱਚ ਕੋਈ ਐਰਰ ਹੈਗਾ ਜਾਂ ਨਹੀਂ ਹੈਗਾ। ਸੋ Alt F9 ਤੁਸੀਂ ਦੇਖ ਸਕਦੇ ਹੋ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਐਰਰ ਨਹੀਂ ਹੈਗਾ। ਸੋ ਹੁਣ ਮੈਂ ਇਸ ਨੂੰ ਰਨ ਕਰਦਾ, Ctrl F9। ਤੁਸੀਂ ਦੇਖ ਸਕਦੇ ਹੋ ਸਾਡੀ ਆਊਟਪੁੱਟ ਸਕਰੀਨ ਦੇ ਉੱਤੇ ਕਿ ਇੱਥੇ ਇੱਕ ਮੈਸੇਜ ਪ੍ਰਿੰਟ ਹੋ ਰਿਹਾ, ਪਲੀਜ਼ ਐਂਟਰ ਦੀ ਇੰਟੀਜਰ। ਸੋ ਮੈਂ ਇਸ ਦੇ ਵਿੱਚ 7 ਇੰਟੀਜਰ ਐਂਟਰ ਕਰਨ ਜਾ ਰਿਹਾ। ਸੋ ਮੈਂ ਐਂਟਰ ਦੇ ਉੱਤੇ ਕਲਿੱਕ ਕਰਨ ਜਾ ਰਿਹਾ। ਸੋ ਤੁਸੀਂ ਦੇਖ ਸਕਦੇ ਹੋ ਸਾਡੀ ਆਊਟਪੁੱਟ ਸਕਰੀਨ ਦੇ ਉੱਤੇ ਜੋ ਵੀ ਸਾਨੂੰ ਪੈਟਰਨ ਚਾਹੀਦਾ ਸੀ ਉਹ ਪ੍ਰਿੰਟ ਹੋ ਚੁੱਕਾ ਹੈ। ਮੈਂ ਹੋਪ ਕਰਦਾ ਕਿ ਤੁਹਾਨੂੰ ਇਹ ਵਾਲਾ ਪੈਟਰਨ ਵੀ ਸਮਝ ਆ ਗਿਆ ਹੋਵੇਗਾ। ਸੋ ਜੇ ਇਹ ਵੀਡੀਓ ਤੁਹਾਨੂੰ ਇਨਫੋਰਮੇਟਿਵ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਕੋਈ ਵੀ ਕੁਐਸਚਨ ਹੋਵੇ ਤਾਂ ਮੈਨੂੰ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਵਾਸਤੇ ਮੇਰੇ ਚੈਨਲ ਜੀਤ ਕੋਡ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ।